संसद ਦੇ ਵਿੱਚ ਜਿਹੜੀ ਇੱਕ ਪਾਰਲੀਮੈਂਟ ਹੈ ਕੋਈ ਇੱਟਾਂ ਦੀ ਪਾਰਲੀਮੈਂਟ ਹੈ ਜੇ ਉਹਦੇ ਵਿੱਚ ਜਿਹੜੇ ਐਮਪੀ ਜਿਹੜੇ ਆ ਚਲੋ ਕਾਂਗਰਸ ਦੇ ਆ ਅਕਾਲੀ ਦਲ ਦੇ ਆ ਜਿੰਨੇ ਵੀ ਐਮਪੀ ਆ ਉਹ ਸਿਰਫ ਇੱਕ ਇਮਾਰਤ ਆ ਜਿਹਦੇ ਵਿੱਚ ਆਪਣੀਆਂ ਬਦਮਾਸ਼ੀਆਂ ਕਰਦੇ ਅਸੀਂ ਕਹਿ ਸਕਦੇ ਆ ਜਿਹੜਾ ਅਸੀਂ ਉਹਨਾਂ ਦੇ ਸਾਹਮਣੇ ਪਾਰਲੀਮੈਂਟ ਚ ਜਿਹੜਾ ਕਿਸਾਨਾਂ ਨੇ ਲਾਇਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਪਾਰਲੀਮੈਂਟ ਜਿਹੜਾ ਵਾ ਸੈਸ਼ਨ ਜਿਹੜਾ ਇਸ ਤਰੀਕੇ ਨਾਲ ਚਲਾਇਆ ਜਾਂਦਾ ਵਾ ਜਿਹੜੀ ਅੱਜ ਦੀ ਪਾਰਲੀਮੈਂਟ ਜਿਹੜੀ ਸਰਕਾਰ ਦੀ ਪਾਰਲੀਮੈਂਟ ਆ ਉਹ ਸਿਰਫ ਕਾਰਪੋਰੇਟ ਸੈਕਟਰ ਦੀ ਪਾਰਲੀਮੈਂਟ ਆ ਜਿਹੜੀ ਬਾਹਰ ਪਾਰਲੀਮੈਂਟ ਕਿਸਾਨਾਂ ਦੀ ਪਾਰਲੀਮੈਂਟ ਆ ਅਸਲ ਪਾਰਲੀਮੈਂਟ ਉਹ ਆ ਪਾਰਲੀਮੈਂਟ ਹਮੇਸ਼ਾ ਹੀ ਲੀਡਰ ਲਗਾਉਂਦੇ ਨੇ ਕਿ ਕਿਸਾਨ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਬਣਨਗੇ। ਜਿਸ ਤਰੀਕੇ ਦੇ ਨਾਲ ਗੁਰਨਾਮ ਸਿੰਘ ਚਜੂਨੀ ਨੇ ਬਿਆਨ ਦਿੱਤਾ ਸੀ ਕਿ ਮੈਂ ਇਲੈਕਸ਼ਨ ਲੜਾਂਗਾ, ਸੰਯੁਕਤ ਕਿਸਾਨ ਮੋਰਚੇ ਨੇ 8 ਦਿਨ ਵਾਸਤੇ ਸਸਪੈਂਡ ਕਰ ਦਿੱਤਾ। ਚੜੂਨੀ ਦਾ ਅੰਦੋਲਨ ਨਹੀਂ ਹੈਗਾ ਇਹ ਅੰਦੋਲਨ ਲੋਕਾਂ ਦਾ ਇਹ ਲੋਕ ਤੈਅ ਕਰਨਗੇ ਕਿ ਇਲੈਕਸ਼ਨ ਲੜਨੀ ਹੈ ਕਿ ਨਹੀਂ ਲੜਨੀ। ਲੋਕਾਂ ਨੂੰ ਜ਼ਮੀਨ ਪਹੁੰਚਾਉਣੀ ਜ਼ਰੂਰੀ ਆ। ਅੰਨਾ ਹਜ਼ਾਰੇ ਵਾਲਾ ਅੰਦੋਲਨ ਤੁਸੀਂ ਲੈ ਸਕਦੇ ਜੇ ਕੇਜਰੀਵਾਲ ਦੇ ਨਾਲ ਸੀ। ਕੇਜਰੀਵਾਲ ਜਿਹੜਾ ਸਰਕਾਰ ਬਣਾ ਗਿਆ ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀ ਉਹ ਫੇਲ ਹੋ ਗਿਆ। ਲੋਕ ਪੰਜਾਬ ਸਰਕਾਰ ਦੇ ਕੋਲੋਂ ਨੌਕਰੀਆਂ ਮੰਗਣ ਜਾਂਦੇ ਆ ਉਹ ਡੰਡੇ ਨਾਲ ਉਹਨਾਂ ਨੂੰ ਛੋਲਿਆਂ ਦੀ ਤਰ੍ਹਾਂ ਕੁੱਟਿਆ ਜਾਂਦਾ ਆ। ਤੁਸੀਂ ਗੱਲ ਕਰ ਰਹੇ ਹੋ ਕਿ ਨੌਜਵਾਨ ਜਿਹੜੇ ਆ ਕੁੱਟ ਖਾ ਰਹੇ ਆ। ਜੇ ਨੌਜਵਾਨ ਤੁਹਾਡੇ ਨਾਲ ਦਿੱਲੀ ਜਾ ਕੇ ਧਰਨੇ ਪ੍ਰਦਰਸ਼ਨ ਕਰ ਸਕਦੇ ਆ, ਬੈਰੀਅਰ ਪੁੱਟ ਸਕਦੇ ਆ, ਤਾਂ ਤੁਸੀਂ ਨੌਜਵਾਨਾਂ ਦੀ ਨੌਕਰੀਆਂ ਬਾਰੇ ਕਿਉਂ ਨਹੀਂ ਖਲੋ ਸਕਦੇ? ਕਿਉਂ ਪਟਿਆਲੇ ਦੇ ਵਿੱਚ ਕੁੱਟ ਖਾ ਰਹੇ ਨੌਜਵਾਨ? ਰਾਜੇਵਾਲ ਵੱਲੋਂ ਕਿਉਂ ਬਿਆਨ ਦਿੱਤਾ ਜਾਂਦਾ ਕਿ ਕੱਲਾ ਬੀਜੇਪੀ ਦਾ ਵਿਰੋਧ ਕਰਾਂਗੇ, ਬਾਕੀ ਪਾਰਟੀਆਂ ਦਾ ਪੰਜਾਬ ਦੇ ਵਿੱਚ ਵਿਰੋਧ ਨਹੀਂ ਕੀਤਾ ਜਾਊਗਾ? ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਹੈ ਇਹਦਾ ਸਿਆਸੀ ਸਟੈਂਡ ਹੈ ਵੀ ਕੋਈ ਨਹੀਂ, ਕੋਈ ਸਿਆਸੀ ਸਟੈਂਡ ਨਹੀਂ ਹੈ। ਤੁਸੀਂ ਕਿਉਂ ਕਹਿ ਰਹੇ ਕਿ 4.5 ਸਾਲ ਕੋਈ ਕੰਮ ਨਹੀਂ ਕੀਤਾ ਤੇ ਅਸੀਂ ਵੀ ਵਿਰੋਧ ਕਰ ਰਹੇ ਹਾਂ ਉਹਨਾਂ ਦਾ? ਤੁਸੀਂ ਕਹਿ ਰਹੇ ਹੋ ਕਿ 500 ਤੋਂ ਵੱਧ ਕਿਸਾਨ ਸਾਡੇ ਸ਼ਹੀਦ ਹੋ ਗਏ ਦਿੱਲੀ ਦੇ ਵਿੱਚ। ਹਰਜੀਤ ਕਰੇਵਾਲ ਕਹਿ ਰਿਹਾ ਕਿਹੜੇ ਸ਼ਹੀਦਾਂ 'ਚ ਨਾਂ ਆਉਂਦਾ ਹੈ ਸਾਡਾ ਇਹਨਾਂ ਕਿਸਾਨਾਂ ਦਾ? ਹਰਜੀਤ ਕਰੇਵਾਲ ਜਿਹੜਾ ਆ ਇੱਕ ਉਹਨਾਂ ਦਾ ਕੁੱਤਾ ਭੌਂਕੂਗਾ, ਮੈਂ ਤਾਂ ਕੁੱਤਾ ਕਹਿ ਸਕਦਾ ਕਿ ਭੌਂਕਦਾ ਜਿਹੜਾ ਠੀਕ ਹੈ ਕਿਸਾਨਾਂ ਦੇ ਉੱਤੇ, ਕਿਸਾਨਾਂ ਨੂੰ ਗਲਤ ਕਹਿੰਦਾ। ਰੁੱਜੂ ਸਿੰਘ ਮਾਨਸਾ ਦੀ ਉਹ ਬੜੇ ਵਧੀਆ ਲੀਡਰ ਆ, ਕਿਸਾਨ ਲੀਡਰ ਆ, ਅਗਵਾਈ ਕਰ ਰਹੇ ਆ। ਪਰ ਮੇਰੇ ਜੇ ਧਿਆਨ ਵਿੱਚ ਹੁੰਦਾ ਮੈਨੂੰ ਨਹੀਂ, ਮੈਂ ਸੁਣਿਆ ਹੈਗਾ ਵੈਸੇ ਮਾੜਾ ਜਿਹਾ ਕੋਈ ਏਡਾ ਵੱਡਾ ਉਹਨਾਂ ਨੇ ਇਸ਼ੂ ਜਾਂ ਏਡਾ ਵੱਡਾ ਕੋਈ ਉਹਨਾਂ ਨੇ ਵਿਵਾਦਤ ਬਿਆਨ ਨਹੀਂ ਦਿੱਤਾ ਹੈ। ਗ੍ਰਿਫਤਾਰੀ ਦੇਣ ਕੇ ਜਾਣਾ ਚਾਹੁੰਦੇ ਆ ਵੀ ਸਾਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰੀ ਕਰਨ। ਗ੍ਰਿਫਤਾਰੀਆਂ ਦਿੱਤੀਆਂ ਕਿਉਂ ਨਹੀਂ? ਫਿਰ ਕਿਉਂ ਜੰਤਰ ਮੰਤਰ ਤੇ ਜਾ ਕੇ ਬਹਿ ਗਏ? ਤਕਰੀਬਨ 10 ਮਹੀਨੇ 11 ਹੋ ਚੱਲੇ ਆ। ਇਸ ਕਰਕੇ ਸ਼ਾਂਤਮਈ ਹੀ ਰਹਿਣਾ ਚਾਹੁੰਦੇ, ਜਿਹੜਾ ਹੁੱਲੜਬਾਜੀ ਜਿਹੜੀ ਉਹ ਨਹੀਂ ਕਰਨਾ ਚਾਹੁੰਦੇ। 26 ਜਨਵਰੀ ਨੂੰ ਕਿਉਂ ਨਹੀਂ ਸ਼ਾਂਤ? 32 ਕਿਸਾਨ ਜਥੇਬੰਦੀਆਂ ਵੱਲੋਂ ਜੰਤਰ ਮੰਤਰ ਤੇ ਸੰਸਦ ਲਗਾਈ ਹੋਈ ਆ ਤਾਂ ਲਗਾਤਾਰ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-ਵੱਖ ਜਥੇਬੰਦੀਆਂ ਨੂੰ ਆਰਡਰ ਦਿੱਤੇ ਹੋਏ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਜਥੇ ਆ ਪੰਜਾਬ ਤੋਂ ਲੈ ਕੇ ਉੱਥੇ ਜਾਣਗੇ। ਤਾਂ ਕਿਰਤੀ ਕਿਸਾਨ ਯੂਨੀਅਨ ਵੀ ਕੁਝ ਦਿਨਾਂ ਦੇ ਵਿੱਚ ਜਥਾ ਲੈ ਕੇ ਜਾ ਰਹੀ ਆ। ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਗਪ੍ਰੀਤ ਸਿੰਘ ਕੋਟਲਾ ਸਾਹਿਬ, ਕੀ ਅਪਡੇਟਸ ਆ? ਸੰਸਦ ਕਿਸ ਮੁੱਦੇ ਨੂੰ ਲਗਾਈ ਜਾ ਰਹੀ ਆ ਤਾਂ ਕਦੋਂ ਜਾ ਰਹੇ ਹੋ ਦਿੱਲੀ ਤੁਸੀਂ? ਵੇਖੋ ਵੀ 22 ਤਰੀਕ ਤੋਂ ਜਿਹੜਾ 32 ਜਥੇਬੰਦੀਆਂ ਜਿਹੜੀਆਂ ਟੋਟਲ 40 ਬਾਹਰ ਦੇ ਪ੍ਰਾਂਤਾਂ ਦੀਆਂ ਪਾ ਕੇ ਜਿਹੜੀਆਂ ਜਥੇਬੰਦੀਆਂ ਆ ਉਹ ਪਾਰਲੀਮੈਂਟ ਵਿੱਚ ਜਿਹੜਾ 200 ਬੰਦਾ ਮੈਕਸਿਮਮ ਰੋਜ਼ ਜਾ ਰਿਹਾ 22 ਤਰੀਕ ਤੋਂ। ਔਰ ਉਹਦੇ ਵਿੱਚ ਕੰਟੀਨਿਊ ਜਿਹੜੀਆਂ ਸਾਰੀਆਂ ਜਥੇਬੰਦੀਆਂ ਦੇ 3-3 ਬੰਦੇ ਜਾਂਦੇ ਆ, ਪੰਜਾਬ ਦੇ 2-2, ਹਰਿਆਣੇ ਦੇ ਪਾ ਕੇ 5 ਬੰਦੇ ਪੂਰੇ ਕਰਦੇ ਆ। ਉਹਦੇ ਜਿਹੜੀ ਮੈਕਸਿਮਮ ਰੱਖਿਆ ਗਿਆ 200 ਬੰਦਾ ਰੱਖਿਆ ਗਿਆ ਵੀ 200 ਬੰਦਾ ਜਿਹੜਾ ਜਾਊਗਾ ਉਹਨਾਂ ਨੂੰ ਕਾਇਦਾ ਜਿਹੜਾ ਉਹਨਾਂ ਦੇ ਔਨ ਰਿਕਾਰਡ ਜਿਹੜਾ ਵਾ ਆਧਾਰ ਕਾਰਡ ਵਗੈਰਾ ਸਾਰਾ ਜਿਹੜੀ ਉਹਦੇ ਵਿੱਚ ਸਾਡੀ ਜਥੇਬੰਦੀ ਜਿਹੜੀ ਹੈ 22 ਤਰੀਕ ਤੋਂ ਜਥੇਬੰਦੀ ਜਿਹੜੀ ਕਿਰਤੀ ਕਿਸਾਨ ਯੂਨੀਅਨ ਜਾ ਰਹੀ ਆ। ਔਰ ਸਾਡੀ ਜਥੇਬੰਦੀ ਜਿਹੜੀ ਕਿਰਤੀ ਕਿਸਾਨ ਯੂਨੀਅਨ ਅੰਮ੍ਰਿਤਸਰ ਜਿਹੜੀ ਆ ਹੈ ਨਾ। ਔਰ ਸਾਡੀ ਜਿਹੜੀ ਡਿਊਟੀ ਆ ਅਸੀਂ ਇੱਥੋਂ 28 ਤਰੀਕ ਨੂੰ ਮੇਰੀ ਗਵਾਹੀ ਹੇਠ ਜਥਾ ਜਾਣਾ ਹੈ, ਵੱਡੇ ਪੱਧਰ 'ਤੇ ਜਥਾ ਜਾਣਾ ਆ। ਔਰ 29 ਤਰੀਕ ਨੂੰ ਜਿਹੜਾ ਅਸੀਂ ਸੰਸਦ ਭਵਨ ਨੂੰ ਜਿਹੜਾ ਕੂਚ ਕਰਨਾ ਆ। ਕਿਰਤੀ ਕਿਸਾਨ ਯੂਨੀਅਨ ਜਿਹੜੀ ਆ ਵਾਰੀ ਅੰਮ੍ਰਿਤਸਰ ਦੀ ਆਈ ਹੈ, ਜਿੱਦਾਂ ਪਹਿਲਾਂ ਸਾਡੀਆਂ ਵੱਖ-ਵੱਖ ਵਾਰੀਆਂ ਹੁੰਦੀਆਂ ਜਿੱਦਾਂ ਮੋਗੇ ਵਾਲੇ ਪਾਸਿਓਂ, ਜਲੰਧਰ ਵਾਲੇ ਪਾਸਿਓਂ। 29 ਤਰੀਕ ਨੂੰ ਜਿਹੜੀ ਵਾਰੀ ਆ ਉਹ ਕਿਰਤੀ ਕਿਸਾਨ ਯੂਨੀਅਨ ਦੀ ਅੰਮ੍ਰਿਤਸਰ ਦੀ ਵਾਰੀ ਆ। ਔਰ 29 ਤਰੀਕ ਨੂੰ ਅਸੀਂ ਜਿਹੜੇ ਆ ਅੰਮ੍ਰਿਤਸਰ ਤੋਂ 3 ਬੰਦੇ ਜਾਣਗੇ ਜਿਹੜੇ ਬਾਕੀ ਜਥਾ ਜਿਹੜਾ ਵੱਡੀ ਪੱਧਰ 'ਤੇ ਇੱਥੋਂ ਜਾਊਗਾ। ਬਾਕੀ ਜਿਹੜਾ ਪਾਰਲੀਮੈਂਟ ਵਿੱਚ ਜਾਊਗਾ ਉਹ ਜਿਹੜੇ 3 ਬੰਦੇ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਜਾਣਗੇ। ਪਰ ਗੱਲ ਕਰੀਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਾਂ ਕਿਹਾ ਸੀ 200 ਬੰਦਾ ਜਾਏਗਾ, 200 ਬੰਦਾ ਗ੍ਰਿਫਤਾਰੀਆਂ ਦੇਵੇਗਾ, ਤਾਂ ਮਗਰੋਂ ਦੀ ਆਣ ਕੇ ਤੁਸੀਂ ਵੱਖਰੀ ਜਗ੍ਹਾ ਤੇ ਬਹਿ ਗਏ। ਵੇਖੋ ਸਾਡਾ ਹਾਲੀ ਵੀ ਏਜੰਡਾ ਇਹੋ ਹੀ ਆ ਕਿ ਅਸੀਂ ਗ੍ਰਿਫਤਾਰੀ ਦੇਣ ਕੇ ਜਾਣਾ ਚਾਹੁੰਦੇ ਆ ਵੀ ਸਾਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰੀ ਕਰਨ। ਗ੍ਰਿਫਤਾਰੀਆਂ ਦਿੱਤੀਆਂ ਕਿਉਂ ਨਹੀਂ? ਫਿਰ ਕਿਉਂ ਜੰਤਰ ਮੰਤਰ ਤੇ ਜਾ ਕੇ ਬਹਿ ਗਏ? ਦੇਖੋ ਸਰਕਾਰ ਜਿਹੜੀ ਆ ਗ੍ਰਿਫਤਾਰੀ ਕਰਨਾ ਨਹੀਂ ਚਾਹੁੰਦੀ। ਸਰਕਾਰ ਜਿਹੜੀ ਆ ਡਰੀ ਹੋਈ ਆ, ਝੁਕੀ ਹੋਈ ਆ। ਇਹ ਨਹੀਂ ਵੀ ਸਰਕਾਰਾਂ ਤਾਂ ਹਮੇਸ਼ਾ ਜਗਪ੍ਰੀਤ ਜੀ ਰੋਕਦੀਆਂ ਹੁੰਦੀਆਂ ਕਿ ਉਸ ਜਗ੍ਹਾ ਤੇ ਨਾ ਜਾਇਆ ਜਾਵੇ। ਵੇਖੋ ਸ਼ਾਂਤਮਈ ਪ੍ਰੋਟੈਸਟ ਕਰਨਾ ਸਾਡਾ ਪਹਿਲਾ ਆਧਾਰ ਆ। 1944 ਦੇ ਵਿੱਚ ਜਦੋਂ ਦਾ ਫਰਾਂਸ ਆਜ਼ਾਦ ਹੋਇਆ ਪਹਿਲੀ ਵਾਰ ਫਰਾਂਸ ਦੀ ਜਿਹੜੀ ਆਜ਼ਾਦੀ ਆ ਇੱਕ ਸ਼ਾਂਤਮਈ ਪ੍ਰੋਟੈਸਟ ਦੇ ਨਾਲ ਹੋਈ ਆ। ਪਰ ਉਸ 1944 ਤੋਂ ਬਾਅਦ ਪਹਿਲਾ ਪ੍ਰੋਟੈਸਟ ਆ ਜਿਹੜਾ ਸ਼ਾਂਤਮਈ ਇੰਨਾ ਚਿਰ ਚੱਲਿਆ ਵਾ ਅੰਦੋਲਨ, ਜਿਹਨੂੰ ਤਕਰੀਬਨ 10 ਮਹੀਨੇ 11 ਹੋ ਚੱਲੇ ਆ। ਤੇ
ਇਸ ਕਰਕੇ ਸ਼ਾਂਤਮਈ ਹੀ ਰਹਿਣਾ ਚਾਹੁੰਦੇ ਜਿਹੜਾ ਹੁੱਲੜਬਾਜੀ ਜਿਹੜੀ ਆ ਉਹ ਨਹੀਂ ਕਰਨਾ ਚਾਹੁੰਦੇ। 26 ਜਨਵਰੀ ਨੂੰ ਕਿਉਂ ਨਹੀਂ ਸ਼ਾਂਤ ਹੋਏ? ਵੇਖੋ ਅਸੀਂ ਇਹੋ ਧਾਰਿਆ ਸੀ ਜਿੱਥੇ ਸਾਨੂੰ ਬਾਦਣਗੇ, ਜਿੱਥੇ ਸਾਨੂੰ ਡੱਕਣਗੇ ਅਸੀਂ ਉੱਥੇ ਬਹਿ ਜਾਾਂਗੇ, ਸਾਨੂੰ ਗ੍ਰਿਫਤਾਰ ਕਰ ਲੈਣ, ਚਾਹੇ ਸਾਨੂੰ ਉੱਥੇ ਬਹਿਣਾ ਪਵੇ। ਪਾਰਲੀਮੈਂਟ ਜਿਹੜੀ ਆ ਸਾਨੂੰ ਉੱਥੇ ਸਾਨੂੰ ਜਿਹੜੀ ਅਸੀਂ ਧਾਰਿਆ ਵਾ ਕਿ ਜਿਹੜੀ ਸੰਸਦ ਦੇ ਵਿੱਚ ਜਿਹੜੀ ਇੱਕ ਪਾਰਲੀਮੈਂਟ ਹੈ, ਕੋਈ ਇੱਟਾਂ ਦੀ ਪਾਰਲੀਮੈਂਟ ਆ, ਜੇ ਉਹਦੇ ਵਿੱਚ ਜਿਹੜੇ ਆ MP ਜਿਹੜੇ ਆ, ਚਲੋ ਕਾਂਗਰਸ ਦੇ ਆ, ਅਕਾਲੀ ਦਲ ਦੇ ਆ, ਜਿੰਨੇ ਵੀ MP ਆ, ਉਹ ਸਿਰਫ ਇੱਕ ਇਮਾਰਤ ਆ ਜਿਹਦੇ ਵਿੱਚ ਆਪਣੀਆਂ ਬਦਮਾਸ਼ੀਆਂ ਕਰਦੇ ਅਸੀਂ ਤਾਂ ਕਹਿ ਸਕਦੇ ਹਾਂ ਕਿ ਕਿਉਂਕਿ ਜਨਤਾ ਵਾਸਤੇ ਜਿਹੜੇ ਲੋਕ ਜਿਹੜੇ ਆ, ਸਰਕਾਰ ਜਿਹੜੀ ਜਨਤਾ ਵਾਸਤੇ ਬਣਾਈ ਜਾਂਦੀ ਆ, ਪਰ ਅੱਜ ਜਨਤਾ ਨੂੰ ਇੰਨਾ ਨੱਪ ਚੁੱਕੇ ਆ, ਸਰਕਾਰ ਨੇ ਇੰਨਾ ਨੱਪ ਦਿੱਤਾ। ਦੂਸਰੀ ਗੱਲ ਜਿਹੜਾ ਅਸੀਂ ਉਹਨਾਂ ਦੇ ਸਾਹਮਣੇ ਪਾਰਲੀਮੈਂਟ 'ਚ ਜਿਹੜਾ ਕਿਸਾਨਾਂ ਨੇ ਲਾਇਆ, ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਪਾਰਲੀਮੈਂਟ ਜਿਹੜਾ ਵਾ ਸੈਸ਼ਨ ਜਿਹੜਾ ਇਸ ਤਰੀਕੇ ਨਾਲ ਚਲਾਇਆ ਜਾਂਦਾ ਵਾ, ਜਿਸ ਤਰ੍ਹਾਂ ਮੰਨ ਲਓ ਇੱਕ ਐਗਜ਼ਾਮਪਲ ਤੌਰ ਤੇ ਜਿਹੜਾ ਉਹਨਾਂ ਦੀ ਜਿਸ ਤਰ੍ਹਾਂ ਅੰਦਰ ਚੱਲਦਾ ਉਹ ਨਹੀਂ, ਉਹ ਤੇ ਇੱਕ ਸਿਰਫ ਇੱਕ ਸਾਨੂੰ ਲੁੱਟਣ ਦਾ ਇੱਕ ਜਰੀਆ ਕਾਰਪੋਰੇਟ ਸੈਕਟਰ ਦਾ ਜਿਹੜਾ ਇਮਾਰਤ ਆ, ਉਹ ਜਿਹੜੀ ਪਾਰਲੀਮੈਂਟ ਆ, ਜਿਹੜੀ ਅੱਜ ਦੀ ਪਾਰਲੀਮੈਂਟ ਜਿਹੜੀ ਸਰਕਾਰ ਦੀ ਪਾਰਲੀਮੈਂਟ ਆ, ਉਹ ਸਿਰਫ ਕਾਰਪੋਰੇਟ ਸੈਕਟਰ ਦੀ ਪਾਰਲੀਮੈਂਟ ਆ। ਜਿਹੜੀ ਬਾਹਰ ਪਾਰਲੀਮੈਂਟ ਕਿਸਾਨਾਂ ਦੀ ਪਾਰਲੀਮੈਂਟ ਆ, ਅਸਲ ਪਾਰਲੀਮੈਂਟ ਉਹ ਆ। ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਅਸੀਂ ਪਾਰਲੀਮੈਂਟ ਜਿਹੜਾ ਆ ਇਦਾਂ ਚਲਾਈ ਜਾਂਦੀ ਆ, ਜਿਹੜੀ ਤੁਸੀਂ ਚਲਾ ਰਹੇ ਇਹ ਕੋਈ ਪਾਰਲੀਮੈਂਟ ਨਹੀਂ ਚਲਾ ਰਹੇ। ਇੰਨੇ 10-11 ਮਹੀਨੇ ਤੋਂ ਕਿਸਾਨ ਅਸੀਂ ਬੈਠੇ ਹੋਏ ਆ ਬਿੱਲ ਰੱਦ ਕਰਾਉਣ ਵਾਸਤੇ, ਪਰ ਉਹਨਾਂ ਦਾ ਅੜੀਆ ਰਵੱਈਆ, ਡਿਕਟੇਟਰਸ਼ਿਪ, ਹਿਟਲਰ ਟੈਪ। ਨਾਗਪੁਰ ਇੱਥੋਂ ਤੱਕ ਕਿ BJP ਦਾ RSS ਦਾ ਦਫ਼ਤਰ ਹੈ, ਉੱਥੇ ਹਿਟਲਰ ਦੀ ਫੋਟੋ ਲੱਗੀ ਆ। ਇਹ ਇੱਕ ਡਿਕਟੇਟਰਸ਼ਿਪ ਰਾਜ ਆ, ਜਿਹੜੇ ਪਿੱਛੇ ਨਹੀਂ ਹਟਦਾ ਹੁੰਦਾ, ਇਹ ਖਤਮ ਹੁੰਦਾ ਹੁੰਦਾ ਹੈ। ਪਾਰਲੀਮੈਂਟ ਹਮੇਸ਼ਾ ਹੀ ਲੀਡਰ ਲਗਾਉਂਦੇ ਨੇ ਕਿ ਕਿਸਾਨ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਬਣਨਗੇ। ਜਿਸ ਤਰੀਕੇ ਦੇ ਨਾਲ ਗੁਰਨਾਮ ਸਿੰਘ ਚੜੂਨੀ ਨੇ ਬਿਆਨ ਦਿੱਤਾ ਸੀ ਕਿ ਮੈਂ ਇਲੈਕਸ਼ਨ ਲੜਾਂਗਾ, ਸੰਯੁਕਤ ਕਿਸਾਨ ਮੋਰਚੇ ਨੇ 8 ਦਿਨ ਵਾਸਤੇ ਸਸਪੈਂਡ ਕਰ ਦਿੱਤਾ। ਵੇਖੋ ਉਸਨੇ ਬਿਆਨ ਦਿੱਤਾ, ਸੰਯੁਕਤ ਕਿਸਾਨ ਮੋਰਚਾ ਇੱਕ ਬਹੁਤ ਵੱਡਾ ਆ, ਇਹਦਾ ਦਾਇਰਾ ਸਾਰੇ ਪ੍ਰਾਂਤਾਂ ਦੇ ਵਿੱਚ ਸਾਰੀਆਂ ਸਟੇਟਾਂ ਦਾ ਇੱਕ ਦਾਇਰਾ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ। ਇੱਕ ਬੰਦਾ ਉਹਦੇ ਵਿੱਚੋਂ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਅਸੀਂ ਇਹ ਅੰਦੋਲਨ ਜਿੱਤ ਨਹੀਂ ਲੈਂਦੇ, ਪਹਿਲਾਂ ਸਾਡੇ ਵਾਸਤੇ ਅੰਦੋਲਨ ਜਿੱਤਣਾ ਜ਼ਰੂਰੀ ਆ। ਜਿਸ ਅੰਦੋਲਨ ਵਿੱਚੋਂ ਪਾਰਟੀਆਂ ਨਿਕਲਦੀਆਂ ਆ, ਅੰਦੋਲਨ ਉਹ ਫੇਰ ਹੁੰਦਾ ਹੈ। ਚਾਹੇ ਅੰਨਾ ਹਜ਼ਾਰੇ ਵਾਲਾ ਅੰਦੋਲਨ ਤੁਸੀਂ ਲੈ ਸਕਦੇ ਜੇ, ਕੇਜਰੀਵਾਲ ਦੇ ਨਾਲ ਸੀ, ਕੇਜਰੀਵਾਲ ਜਿਹੜਾ ਸਰਕਾਰ ਬਣਾ ਗਿਆ, ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀ ਉਹ ਫੇਲ ਹੋ ਗਿਆ। ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਖਤਰਾ ਲੱਗ ਰਿਹਾ ਕਿ ਕੋਈ ਕਿਸਾਨ ਆਗੂ ਨਿਕਲ ਕੇ ਆਪਣੀ ਵੱਖਰੀ ਸਰਕਾਰ ਨਾ ਬਣਾਏ ਤੇ ਬਾਕੀ ਜਿਹੜੇ ਆ ਵੈਸੇ ਰਹਿ ਜਾਣਗੇ? ਵੇਖੋ ਹਾਲੀ ਤੱਕ ਸੰਯੁਕਤ ਕਿਸਾਨ ਮੋਰਚੇ ਦਾ ਮੈਂ ਦੱਸ ਚੁੱਕਿਆ, ਕੋਈ ਇਹੋ ਜਿਹਾ ਐਲਾਨ ਨਹੀਂ ਹੈਗਾ ਵੀ ਇਹ ਇਲੈਕਸ਼ਨ ਨਹੀਂ ਲੜਨੀ। ਸਾਡੇ ਵਾਸਤੇ ਅੰਦੋਲਨ ਪਹਿਲਾਂ ਆ। ਜੇਕਰ ਗੁਰਨਾਮ ਸਿੰਘ ਚੜੂਨੀ ਨੇ ਬਿਆਨ ਦਿੱਤਾ ਸੀ ਨਾ, ਉਸ ਨੂੰ 7 ਦਿਨ ਵਾਸਤੇ ਸਸਪੈਂਡ ਕੀਤਾ ਸੀ। ਉਹਨੇ ਦਾਅਵਾ ਕੀਤਾ ਮੈਂ ਇਲੈਕਸ਼ਨ ਲੜਨੀ ਆ। ਉਹਨੇ ਇੱਕ ਦਾਅਵਾ ਕੀਤਾ ਹੈ ਕਿ ਇਲੈਕਸ਼ਨ ਲੜਨੀ ਆ, ਉਹਦੀ ਇੱਛਾ ਆ, ਉਹ ਲੜ ਲੇ। ਜਥੇਬੰਦੀਆਂ ਜਿਹੜੀਆਂ ਆ ਹਰਿਆਣੇ ਦੀਆਂ, ਜਿਹੜਾ ਸਾਡੇ ਭਾਈਚਾਰਕ ਸਾਂਝ ਜਿਹੜੀ ਆ ਬੜਾ ਵੱਡਾ ਪ੍ਰਤੀਕ ਆ, ਚਾਹੇ ਉਹ ਅਭਿਮਨਿਊ ਕੁਹਾੜ ਦੀ ਆ, ਖਾਪ ਪੰਚਾਇਤ ਆ, 84 ਆ, ਬਹੁਤ ਵੱਡੀਆਂ। ਚੜੂਨੀ ਦਾ ਅੰਦੋਲਨ ਨਹੀਂ ਹੈਗਾ, ਇਹ ਅੰਦੋਲਨ ਲੋਕਾਂ ਦਾ। ਇਹ ਲੋਕ ਤੈਅ ਕਰਨਗੇ ਕਿ ਇਲੈਕਸ਼ਨ ਲੜਨੀ ਹੈ ਕਿ ਨਹੀਂ ਲੜਨੀ। ਲੋਕਾਂ ਨੂੰ ਜ਼ਮੀਨ ਬਚਾਉਣੀ ਜ਼ਰੂਰੀ ਆ। ਕਾਰਪੋਰੇਟ ਜਿਹੜਾ ਸੈਕਟਰ ਆ ਉਹਦੇ ਕੋਲ ਵੇਖੋ ਵੱਖ-ਵੱਖ ਮਹਿਕਮਿਆਂ ਦੇ ਵਿੱਚ ਸਾਰੇ ਪ੍ਰਾਈਵੇਟ ਕਰ ਦਿੱਤੇ ਆ, ਚਾਹੇ ਉਹ ਬਿਜਲੀ ਮਹਿਕਮਾ ਆ, ਚਾਹੇ ਉਹ ਰੇਲਵੇ ਮਹਿਕਮਾ ਆ, ਚਾਹੇ ਉਹ BSNL ਮਹਿਕਮਾ ਆ, ਚਾਹੇ ਇੱਥੋਂ ਤੱਕ ਕਿ ਹੁਣ ਬੈਂਕਾਂ ਦੀ ਵਾਰੀ ਆ ਰਹੀ ਆ ਕਿ ਕੋਈ ਵੀ ਸਰਕਾਰੀ ਬੈਂਕ ਰਹਿ ਨਹੀਂ ਦਿੱਤਾ ਜਾਏਗਾ, ਕਿਤੇ ਭਰਤੀਆਂ ਨਹੀਂ ਹੈਗੀਆਂ। ਠੀਕ ਆ, ਲੋਕ ਪੰਜਾਬ ਸਰਕਾਰ ਦੇ ਕੋਲੋਂ ਨੌਕਰੀਆਂ ਮੰਗਣ ਜਾਂਦੇ ਆ, ਉਹ ਡੰਡੇ ਨਾਲ ਉਹਨਾਂ ਨੂੰ ਛੋਲਿਆਂ ਦੀ ਤਰ੍ਹਾਂ ਕੁੱਟਿਆ ਜਾਂਦਾ ਆ, ਬੁਰਾ ਹਾਲ ਕੀਤਾ ਜਾਂਦਾ ਹੈ। ਕੈਪਟਨ ਸਰਕਾਰ ਜਿਹੜੀ ਆ 4.5 ਸਾਲ ਵਿੱਚ ਇਹ ਫੇਲ ਹੋਈ ਆ। ਜਿਸ ਆਪਣਾ ਕੇਂਦਰ ਸਰਕਾਰ ਦੇ ਸਾਡਾ ਖਿਲਾਫ, ਕਾਰਪੋਰੇਟ ਸੈਕਟਰ ਦੇ ਖਿਲਾਫ ਸਾਡੀ ਲੜਾਈ ਹੈ ਨਾ, ਉੱਥੇ ਲੜਾਈ ਸਾਡੀ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀਆਂ ਰਾਜਸੀ ਧਿਰਾਂ ਆ ਜਿਹੜੀਆਂ, ਇਹ ਵੀ ਇੱਕ ਕਾਰਪੋਰੇਟ ਸੈਕਟਰ ਦਾ ਹਿੱਸਾ ਆ। ਇਹ ਰਾਜੇਵਾਲ ਵੱਲੋਂ ਕਿਉਂ ਬਿਆਨ ਦਿੱਤਾ ਜਾਂਦਾ ਕਿ ਇਕੱਲਾ BJP ਦਾ ਵਿਰੋਧ ਕਰਾਂਗੇ, ਬਾਕੀ ਪਾਰਟੀਆਂ ਦਾ ਪੰਜਾਬ ਦੇ ਵਿੱਚ ਵਿਰੋਧ ਨਹੀਂ ਕੀਤਾ ਜਾਊਗਾ? ਉਹ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਹੈ। ਲੱਗਦਾ ਸਿਆਸੀ ਸਟੈਂਟ ਹੈ ਵੀ ਕੋਈ? ਨਹੀਂ, ਕੋਈ ਸਿਆਸੀ ਸਟੈਂਟ ਨਹੀਂ ਹੈ। ਫਿਰ ਤੁਸੀਂ ਕਿਉਂ ਕਹਿ ਰਹੇ ਕਿ 4.5 ਸਾਲ ਕੋਈ ਕੰਮ ਨਹੀਂ ਕੀਤਾ ਤੇ ਅਸੀਂ ਵੀ ਵਿਰੋਧ ਕਰ ਰਹੇ ਹਾਂ ਉਹਨਾਂ ਦਾ? ਵਿਰੋਧ ਇਸੇ ਕਰਕੇ ਕਰ ਰਹੇ ਆ, ਵੇਖੋ ਨੌਕਰੀਆਂ ਮੰਗਣ ਜਾਂਦੇ ਜਿਹੜੇ ETT ਵਾਲੇ ਹਨਾ, ਅਧਿਆਪਕ ਆਪਣੇ ਕੱਚੇ ਅਧਿਆਪਕ ਜਿਹੜੇ ਕਿਸਾਨ ਕਿਉਂ ਨਹੀਂ ਬੈਂਦੇ ਉਹਨਾਂ ਦੇ ਨਾਲ, ਕਿਉਂ ਨਹੀਂ ਬੈਂਦੇ? ਵੇਖੋ ਅਸੀਂ ਉਹ ਜੰਗ ਜਿੱਤ ਲਈਏ ਫਿਰ ਇਹਨਾਂ ਵਾਲੇ ਪਾਸੇ ਜ਼ਰੂਰ ਹੋਵਾਂਗੇ। ਡੰਡੇ ਖਾਂਦੇ ਰਹਿਣੋ। ਵੇਖੋ ਅਸੀਂ ਕਹਿ ਦਿੱਤਾ ਕਿ ਅਸੀਂ ਉਹ ਜੰਗ ਜਿੱਤ ਲਈਏ, ਇਹ ਫਿਰ ਇਹਨਾਂ ਵਾਲੇ ਪਾਸੇ ਵੀ ਹੋਵਾਂਗੇ। ਰਹੀ ਗੱਲ ਤੁਸੀਂ ਗੱਲ ਕੀਤੀ ਆ ਕਿ ਅਸੀਂ ਵਿਰੋਧ ਕਰਾਂਗੇ, ਅਸੀਂ ਪਹਿਲੀ ਵਾਰਾਂ ਇਹ ਹੋਇਆ ਵਾ ਕਿ ਜਿਹੜੀ ਕਿਸਾਨਾਂ ਨੇ ਜਿਹੜੀ ਆ ਵਿਪ ਜਾਰੀ ਕੀਤੀ ਆ, ਨਹੀਂ ਤਾਂ ਸਰਕਾਰ ਕਰਦੀ ਹੁੰਦੀ ਸੀ। ਕਿਸਾਨਾਂ ਨੇ ਵਿਪ ਜਾਰੀ ਕੀਤੀ ਹੈ, ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜਾ ਚਾਹੇ ਉਹ ਅਕਾਲੀ ਦਲ ਆ, ਵੇਖੋ ਮੇਰੀ ਗੱਲ ਸੁਣ, ਜੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਆ, ਜੇਕਰ ਇਹ ਪਾਰਲੀਮੈਂਟ ਦੇ ਵਿੱਚ ਵਿਰੋਧ ਕਰਦੇ ਆ, ਉਹਦਾ ਵਾਕਆਊਟ ਕਰਕੇ ਨਹੀਂ ਆਉਂਦੇ, ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਾਂਗੇ। ਪਰ ਜੇਕਰ ਇਹ ਵਾਕਆਊਟ ਕਰਕੇ ਉੱਠ ਆਉਂਦੇ ਆ, ਅਸੀਂ ਜਿੰਨਾ BJP ਦਾ ਵਿਰੋਧ ਕਰਦੇ ਆ ਉਹਨਾਂ ਇਹਨਾਂ ਦਾ ਕਰਦੇ ਰਵਾਂਗੇ। ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਨੌਜਵਾਨ ਜਿਹੜੇ ਆ ਕੁੱਟ ਖਾ ਰਹੇ ਆ, ਜੇ ਨੌਜਵਾਨ ਤੁਹਾਡੇ ਨਾਲ ਦਿੱਲੀ ਜਾ ਕੇ ਧਰਨੇ ਪ੍ਰਦਰਸ਼ਨ ਕਰ ਸਕਦੇ ਆ, ਬੈਰੀਅਰ ਪੁੱਟ ਸਕਦੇ ਆ, ਤਾਂ ਤੁਸੀਂ ਨੌਜਵਾਨਾਂ ਦੀ ਨੌਕਰੀਆਂ ਬਾਰੇ ਕਿਉਂ ਨਹੀਂ ਖਲੋ ਸਕਦੇ? ਕਿਉਂ ਪਟਿਆਲੇ ਦੇ ਵਿੱਚ ਕੁੱਟ ਖਾ ਰਹੇ ਨੌਜਵਾਨ? ਵੇਖੋ ਮੈਂ ਇੱਕ ਨੌਜਵਾਨ ਆ ਤੁਹਾਡੇ ਸਾਹਮਣੇ,
32 34 ਸਾਲ ਮੇਰੀ ਉਮਰ ਹੈ, ਮੈਂ ਵੀ ਇੱਕ ਨੌਜਵਾਨ ਆ, ਮੈਂ ਵੀ ਤਾਂ ਇੱਕ ਲਹਿਰ ਦੇ ਵਿੱਚ ਲੱਗਾ ਹੋਇਆ। ਇਹ ਨਹੀਂ ਕਿ ਨੌਜਵਾਨ ਔਰ ਜਥੇਬੰਦੀਆਂ ਕਿ ਵੀ ਆਪਣੇ ਹੱਕਾਂ ਪ੍ਰਤੀ ਕਰ ਰਹੇ ਹੋ ਤਾਂ ਨੌਜਵਾਨ ਵੀ ਹੱਕਾਂ ਪ੍ਰਤੀ ਕਰ ਬਿਲਕੁਲ ਉਹ ਆਪਣੇ ਹੱਕਾਂ ਪ੍ਰਤੀ ਲੜ ਰਹੇ ਆ। ਤੁਹਾਨੂੰ ਮੈਂ ਦੱਸ ਚੁੱਕਾ ਆ ਕਿ ਜਿਹੜੇ ਈਟੀਟੀ ਦੇ ਹਵੇ ਆ ਜਾਂ ਕੱਚੇ ਮੁਲਾਜ਼ਮ ਆ ਬਿਜਲੀ ਬੋਰਡ ਦੇ, ਚਾਹੇ ਜਿਨ੍ਹਾਂ ਦੇ ਆਪਣਾ ਰੈਵਨਿਊ ਮਹਿਕਮੇ ਦੇ ਆ, ਉਹਨਾਂ ਦੇ ਨਾਲ ਜਿਹੜਾ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਬਣਦੀਆਂ ਆ, ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਜਾਂ ਪਟਿਆਲੇ ਕੀ ਹਾਲ ਹੋਇਆ ਹੈ। ਉਹ ਆਪਣੇ ਹੱਕ ਮੰਗਣ ਜਾਂਦੀਆਂ ਵਾ, ਪਰ ਉਹਨਾਂ ਨੂੰ ਜਿਹੜਾ ਕਿਉਂਕਿ ਇਹਨਾਂ ਕੋਲ ਵੇਖੋ ਕਾਰਪੋਰੇਟ ਸੈਕਟਰ ਕੋ ਤਿੰਨ ਚੀਜ਼ਾਂ ਆ, ਸਰਕਾਰ, ਗ੍ਰਹਿ ਮੰਤਰਾਲਾ, ਪੁਲਿਸ, ਇਹਨਾਂ ਸਭ ਕੁਝ ਇਹਨਾਂ ਦੇ ਕੋਲ ਆ। ਸਾਡੇ ਕੋਲ ਕੀ ਆ? ਸਾਡੇ ਕੋਲ ਇੱਕ ਸ਼ਾਂਤਮਈ ਧਰਨੇ ਤੋਂ ਸਿਵਾਏ, ਪ੍ਰੋਟੈਸਟ ਕਰਨ ਤੋਂ ਸਿਵਾਏ ਦੂਜਾ ਕੋਈ ਚਾਰਾ ਨਹੀਂ ਹੈਗਾ। ਜੇ ਗੱਲ ਕਰੀਏ ਕਿ ਹੁਣ ਲੱਗਦਾ ਨਹੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਿਤੇ ਨਾ ਕਿਤੇ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਰੁੱਦੂ ਸਿੰਘ ਮਾਨਸਾ ਦੀ ਗੱਲ ਕਰੀਏ, ਉਹਨਾਂ ਵੱਲੋਂ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਲੈ ਕੇ ਇੱਕ ਵਿਆਪਕ ਬਿਆਨ ਦਿੱਤਾ ਗਿਆ ਸੀਗਾ, ਉਹ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਤੇ ਸੁਣਿਆ ਹੀ ਹੋਵੇ। ਤਾਂ ਸਿੱਖ ਜਥੇਬੰਦੀਆਂ ਵੀ ਦੂਜੇ ਪਾਸੇ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ, ਹੁਣ ਉਹਨਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਰੁੱਦੂ ਸਿੰਘ ਮਾਨਸਾ ਦਾ। ਵੇਖੋ ਜੀ, ਮੇਰੇ ਧਿਆਨ ਵਿੱਚ ਇਹ ਮਸਲਾ ਨਹੀਂ ਹੈਗਾ, ਜੇਕਰ ਮੇਰੀ ਨੌਲੇਜ ਵਿੱਚ ਹੁੰਦਾ ਤੇ ਮੈਂ ਜ਼ਰੂਰ ਬਿਆਨ ਦਿੰਦਾ। 32 ਜਥੇਬੰਦੀਆਂ ਦਾ ਇੱਕ ਮਤਭੇਦ ਸਾਰਿਆਂ ਦੇ ਹੋ ਸਕਦੇ ਆ, ਮਾੜੇ ਮੋਟੇ ਮਨ ਮੁਟਾਓ ਸਾਡੇ ਪਰਿਵਾਰਾਂ ਵਿੱਚ ਹੁੰਦੇ ਆ, ਪਰ ਅੱਜ ਜਿਹੜਾ ਸਾਡਾ ਆ ਜਿਹੜੀ ਲੜਾਈ ਆ ਨਾ, ਇੱਕ ਆ ਕਿਸੇ ਦੇ ਵਿਚਾਰ ਜਿਹੜੇ ਆ, ਆਪਣੇ ਵਿਚਾਰ ਆਜ਼ਾਦੀ ਨਾਲ, ਕਿਸੇ ਦੇ ਆਪਣੇ ਵਿਚਾਰ ਵੱਖਰੇ ਹੋ ਸਕਦੇ ਆ, ਕਿਸੇ ਦੇ ਵਿਚਾਰਾਂ ਨੂੰ ਅਸੀਂ ਆਪ ਗੁਲਾਮੀ ਨਹੀਂ ਬਣਾ ਸਕਦੇ। ਰਹੀ ਗੱਲ ਰੁੱਦੂ ਸਿੰਘ ਮਾਨਸਾ ਦੀ, ਉਹ ਬੜੇ ਵਧੀਆ ਲੀਡਰ ਆ, ਕਿਸਾਨ ਲੀਡਰ ਆ, ਅਗਵਾਈ ਕਰ ਰਹੇ ਆ, ਪਰ ਮੇਰੇ ਜੇ ਧਿਆਨ ਵਿੱਚ ਹੁੰਦਾ, ਮੈਨੂੰ ਨਹੀਂ, ਮੈਂ ਸੁਣਿਆ ਹੈਗਾ ਵੈਸੇ ਮਾੜਾ ਜਿਹਾ, ਕੋਈ ਏਡਾ ਵੱਡਾ ਉਹਨਾਂ ਨੇ ਇਸ਼ੂ ਜਾਂ ਏਡਾ ਵੱਡਾ ਕੋਈ ਉਹਨਾਂ ਨੇ ਵਿਵਾਦਤ ਬਿਆਨ ਨਹੀਂ ਦਿੱਤਾ ਹੈਗਾ। ਪਰ ਲੱਗਦਾ ਨਹੀਂ ਹੈ ਸਿੱਖ ਭਾਵਨਾ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਦੀ ਆ। ਬੜੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਵੀ ਇੱਥੇ ਬੈਠੀਆਂ, ਉਹਦੇ ਲੰਗਰ ਵੀ ਲਗਾਏ ਜਾ ਰਹੇ। ਦੇਖੋ ਮੈਂ ਵੀ ਇੱਕ ਸਿੱਖ ਆ, ਸਾਡੀਆਂ ਜਥੇਬੰਦੀਆਂ ਨੇ, ਕਿਰਤੀ ਕਿਸਾਨ ਯੂਨੀਅਨ, ਸਾਡੇ 3-4 ਲੰਗਰ ਆ ਉੱਥੇ, ਠੀਕ ਆ, ਆਪਣੇ ਲੰਗਰ ਆ। ਹੋਰ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ, ਰਾਜੇਵਾਲ ਸਾਹਿਬ ਹੋ ਗਏ, ਰੁੱਦੂ ਸਿੰਘ ਮਾਨਸਾ ਹੋ ਗਏ, ਜਿੰਨੀਆਂ ਵੀ ਬੱਤੇ ਜਥੇਬੰਦੀਆਂ, ਉਹਨਾਂ ਨੇ ਆਪਣੇ ਵੀ ਲੰਗਰ ਲਾਏ ਉੱਥੇ, ਜਿੱਥੇ ਮਹਾਂਪੁਰਸ਼ਾਂ ਨੇ ਲੰਗਰ ਵੀ ਲਾਏ ਬਾਬਿਆਂ ਨੇ, ਚਾਹੇ ਹਜੂਰ ਸਾਹਿਬ ਵਾਲੇ ਆ, ਅਨੰਦਪੁਰ ਸਾਹਿਬ ਵਾਲੇ ਆ, ਜਾਂ ਗੁਰੂ ਕੀ ਵਾਲੇ। ਸਾਡੇ ਚੈਨਲ ਤੇ ਇੱਕ ਸਿੱਖ ਜਥੇਬੰਦੀ ਦੇ ਆਗੂ ਨੇ ਬਿਆਨ ਦਿੱਤਾ ਆ ਕਿ ਜਿੰਨਾ ਚਿਰ ਅੰਦੋਲਨ ਚੱਲ ਰਿਹਾ ਸੀ, ਪੰਜਾਬ ਦੇ ਲੋਕਾਂ ਨੇ, ਪੂਰੇ ਪੰਜਾਬ ਦੇ ਲੋਕਾਂ ਨੇ ਜਾ ਕੇ ਅੰਦੋਲਨ ਬੱਧਾ ਸੀ ਤੇ ਅੰਦੋਲਨ ਚੱਲਦਾ ਰਿਹਾ ਸੀਗਾ। ਹੁਣ ਜਿਹੜਾ ਅੰਦੋਲਨ ਆ ਉਹ ਕਾਮਰੇਡਾਂ ਦੇ ਹੱਥ 'ਚ ਆ ਗਿਆ ਤੇ ਅੰਦੋਲਨ ਹੁਣ ਖਰਾਬ ਹੋ ਗਿਆ। ਨਹੀਂ, ਸਰਕਾਰ ਜਿਹੜੀ ਕਹਿੰਦੀ ਆ, ਇੱਕ ਪਾਸੇ ਜੇ ਇਹ ਸਿੱਖ ਜਥੇਬੰਦੀਆਂ ਕਹਿ ਰਹੀਆਂ, ਮੈਂ ਨਹੀਂ ਮੰਨਦਾ, ਕਿਉਂਕਿ ਬੀਜੇਪੀ ਦੇ ਆਈਟੀ ਸੈੱਲ ਜਿਹੜੇ ਸਾਡੇ ਰੂਪ ਵਿੱਚ ਵੀ ਹੈਗੇ ਆ। ਇਹ ਗੱਲ ਯਾਦ ਰੱਖਿਓ। ਕਿਹੜੇ ਰੂਪ 'ਚ? ਕਿਸਾਨੀ ਰੂਪ 'ਚ ਨਾ, ਸਿੱਖ ਧਾਰਾ, ਵਿਚਾਰਧਾਰਾ ਦੇ ਵਿੱਚ ਰੂਪ 'ਚ ਹੋ ਸਕਦੇ ਆ, ਠੀਕ ਆ, ਉਹਨਾਂ ਦਾ ਆਈਟੀ ਸੈੱਲ। ਦੂਜੀ ਗੱਲ ਜਿਹੜੀ ਤੁਸੀਂ ਕਰ ਰਹੇ ਜੇ ਕਿ ਵਿਵਾਦਤ ਬਿਆਨ, ਕੋਈ ਏਡਾ ਵੱਡਾ ਵਿਵਾਦਤ ਬਿਆਨ ਕਿਸੇ ਨੇ ਨਹੀਂ ਦਿੱਤਾ। ਸਿੱਖ ਜਥੇਬੰਦੀਆਂ ਨੇ ਕੋਈ ਠੇਸ ਨਹੀਂ ਪਹੁੰਚਾਈ ਹੈਗੀ। ਅਸੀਂ ਵੀ ਕਾਮਰੇਡ, ਜੇ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਅਸੀਂ ਕਾਮਰੇਡ ਜੇ ਨਾ ਹੁੰਦੇ ਤੇ ਅਸੀਂ ਅੱਜ ਜਿਹੜਾ ਅੰਦੋਲਨ ਜਿਹੜਾ ਸੀ ਇਹ ਨਿਬੇੜ ਜਾਣਾ ਸੀ। ਜੇ ਇੱਕ ਪਾਸੇ ਸਰਕਾਰ ਨੂੰ ਕਾਮਰੇਡਾਂ ਕੋਲ ਡਰ ਆ, ਇੱਕ ਪਾਸੇ ਸਾਡੇ ਲੋਕ ਜੇ ਮੰਨ ਲਓ ਕੋਈ ਕਹਿ ਰਹੇ ਆ ਇੱਕ ਦੋ ਜਾਣੇ, ਤੇ ਮੈਂ ਕਿ ਮੰਨਦਾ ਕਿ ਇੱਕ ਪਾਸੇ ਸਰਕਾਰ ਨੂੰ ਕਾਮਰੇਡਾਂ ਤੋਂ ਡਰ ਆ। ਸਰਕਾਰ ਕਹਿ ਰਹੀ ਆ, ਹਰਜੀਤ ਗਰੇਵਾਲ ਕਹਿ ਰਿਹਾ, ਉਹਨਾਂ ਦੇ ਕਈ ਮੰਤਰੀ ਕਹਿ ਰਹੇ ਆ, ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ। ਕਾਮਰੇਡ ਇੱਕ ਵਿਚਾਰਧਾਰਾ ਆ, ਸਿੱਖ ਇੱਕ ਸਾਡਾ ਧਰਮ ਆ, ਠੀਕ ਆ। ਕਾਮਰੇਡ ਇੱਕ ਵਿਚਾਰਧਾਰਾ ਆ, ਸਿੱਖ ਸਾਡਾ ਧਰਮ ਆ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਹੈ, ਅਸੀਂ ਵੀ ਸਭੇ ਸਾਂਝੀ ਵਾਸਦਾਈ ਤੇ ਕੋਈ ਨਾ ਦਿਸੇ ਬਾਹਰਾ ਜੀ, ਉਹਦੀ ਵਿਚਾਰਧਾਰਾ ਤੇ ਗੁਰੂ ਨਾਨਕ ਸਾਹਿਬ ਦੀ ਤੇ ਚੱਲਦੇ ਆ। ਇਹਦਾ ਮਤਲਬ ਇਹ ਸਿਰਫ ਕਾਮਰੇਡ ਵਰਸਸ ਸਿੱਖ ਜਿਹੜਾ ਆ, ਇਹ ਸਰਕਾਰ ਦੇ, ਬੀਜੇਪੀ ਦੇ ਆਈਟੀ ਸੈੱਲ ਦੇ ਜਿਹੜੇ ਬਣਾ ਰਹੇ ਆ। ਮੈਂ ਨਹੀਂ ਮੰਨਦਾ ਕੋਈ ਸਿੱਖ ਜਥੇਬੰਦੀ ਬਣਾ ਰਹੀ ਆ। ਇਹ ਬੀਜੇਪੀ ਦੇ ਆਈਟੀ ਸੈੱਲ ਜਿਹੜੇ ਸਾਨੂੰ ਜਿਹੜੇ ਕਾਮਰੇਡ ਵਰਸਸ ਸਿੱਖ ਵਗੈਰਾ ਜਿਹੜੇ ਕਰਕੇ ਲੜਾਉਣਾ ਚਾਹੁੰਦੇ। ਤਾਂ ਬਿਆਨ ਤਾਂ ਰੁੱਦੂ ਸਿੰਘ ਮਾਨਸਾ ਨੇ ਦਿੱਤਾ, ਉਹਦੇ ਵਿੱਚ ਕਿਸੇ ਦਾ ਕੀ ਲੈਣਾ ਦੇਣਾ ਵਾ? ਵੇਖੋ ਕਿਹੜਾ ਬਿਆਨ ਦਿੱਤਾ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਤੁਸੀਂ ਸੁਣ ਲਓ, ਹੁਣ ਸੁਣ ਲਓ, ਮੈਂ ਕਹਿੰਦਾ ਚਲਦੀ ਇੰਟਰਵਿਊ 'ਚ ਕੱਢ ਕੇ ਸੁਣ ਲਓ। ਵੇਖੋ ਜੀ, ਮੈਂ ਜੇ ਤੁਹਾਨੂੰ ਕਹਿੰਦਾ, ਜੇ ਮੈਂ ਸੁਣਿਆ ਹੁੰਦਾ ਤੇ ਉੱਤੇ ਮੈਂ ਟਿੱਪਣੀ ਕਰਦਾ, ਠੀਕ ਆ, ਪਰ ਮੈਂ ਨਹੀਂ ਮੰਨਦਾ ਕਿ ਉਹਨਾਂ ਨੇ ਬਿਆਨ ਦਿੱਤਾ। ਜੇਕਰ ਬਿਆਨ ਦਿੱਤਾ, ਛੱਡ ਦਿਓ, ਤੁਸੀਂ ਸ਼ਾਇਦ ਨਹੀਂ ਸੁਣਿਆ। ਦੂਜੀ ਗੱਲ ਮੈਂ ਕਰਾਂਗਾ ਕਿ ਹੁਣ 12 ਮੀਟਿੰਗਾਂ 11 ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਸੀ, ਹੁਣ ਤੁਸੀਂ ਸੰਸਦ ਦੇ ਬਾਹਰ ਵੀ ਘਰੋਂ ਕਰ ਰਹੇ ਹੋ, ਤਾਂ ਕੀ ਸਰਕਾਰ ਦਾ ਕੋਈ ਕੱਲ ਤੋਂ ਬਾਅਦ ਕੋਈ ਸੁਨੇਹਾ ਆਇਆ ਮੀਟਿੰਗ ਰੱਖਣ ਦਾ? ਵੇਖੋ, ਸਰਕਾਰ ਜਿਹੜੀ ਹੈ ਮੀਟਿੰਗ ਰੱਖਣਾ ਚਾਹੁੰਦੀ ਆ, ਤੁਸੀਂ ਕੱਲ ਦੀ ਖਬਰ ਵੀ ਪੜ੍ਹ ਸਕਦੇ, ਪਰ ਇੱਕ ਪਾਸੇ ਸਰਕਾਰ ਜਿਹੜੀ ਮੀਟਿੰਗ ਰੱਖਣਾ ਚਾਹੁੰਦੀ ਆ, ਦੂਜੇ ਪਾਸੇ ਜਿਹੜੀ ਹੈ ਬਿਆਨ ਦਵਾ ਦਿੰਦੀ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ, ਠੀਕ ਆ। ਅਸੀਂ ਸੰਸਦ ਦੇ ਬਾਹਰ ਇਹ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਖੇਤੀਬਾੜੀ ਮੰਤਰੀ ਆ, ਵੇਖੋ ਅਸਤੀਫਾ ਦੇ ਗਿਆ। ਅਸੀਂ ਕਿਹਾ ਤੁਹਾਡਾ ਵੀ ਖੇਤੀਬਾੜੀ ਜਿਹੜਾ ਮੰਤਰੀ ਅਸਤੀਫਾ ਦੇਵੇ, ਠੀਕ ਆ। ਇਹ ਬਿਲਕੁਲ ਜਿਹੜਾ ਕਨਪੜ ਬੰਦਾ ਹੈ, ਮੈਂ ਸਮਝਦਾ, ਜਿਹਨੂੰ ਪਤਾ ਹੀ ਨਹੀਂ ਖੇਤੀਬਾੜੀ ਸੈਕਟਰ ਕੀ ਹੁੰਦਾ। ਅਸੀਂ ਕਿਸਾਨ, ਸਾਨੂੰ ਪਤਾ ਹੈ, ਠੀਕ ਆ, ਉਹਨਾਂ ਨੂੰ ਕੀ ਪਤਾ ਖੇਤੀਬਾੜੀ ਸੈਕਟਰ ਕੀ ਹੁੰਦਾ ਹੈ। ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ 500 ਤੋਂ ਵੱਧ ਕਿਸਾਨ ਸਾਡੇ ਸ਼ਹੀਦ ਹੋ ਗਏ ਦਿੱਲੀ ਦੇ ਵਿੱਚ। ਹਰਜੀਤ ਗਰੇਵਾਲ ਕਹਿ ਰਿਹਾ ਕਿਹੜੇ ਸ਼ਹੀਦਾਂ 'ਚ ਨਾਂ ਆਉਂਦਾ ਹੈ ਸਾਡਾ, ਇਹਨਾਂ ਕਿਸਾਨਾਂ ਦਾ? ਵੇਖੋ,
500 ਨਹੀਂ, ਸਾਡਾ 700 ਕਿਸਾਨ ਸ਼ਹੀਦ ਹੋ ਚੁੱਕੇ ਹੋਏ। 16 ਸਾਲ ਦਾ ਨਵੇਂ ਸ਼ਹਿਰ ਤੋਂ ਨੌਜਵਾਨ ਚੱਲਿਆ ਹੋਵੇ, ਜਦੋਂ ਇੱਥੋਂ ਆਪਾਂ ਚੱਲੇ ਆ, ਉਹਦਾ ਕੈਨੇਡਾ ਦਾ ਵੀਜ਼ਾ ਲੱਗਾ ਹੋਵੇ, ਉਹ ਟਰਾਲੀ ਤੋਂ ਡਿੱਗ ਕੇ ਗਿਆ ਤੇ ਅੰਦੋਲਨ ਵਿੱਚ ਹੀ ਨਾ, ਟਰਾਲੀ ਤੋਂ ਡਿੱਗ ਕੇ ਅੰਬਾਲੇ ਲੱਗੇ ਉਹ ਸ਼ਹੀਦ ਹੋ ਗਿਆ। ਅਸੀਂ ਉਹਨੂੰ ਸ਼ਹੀਦ ਮੰਨਦੇ ਆ, ਅਸੀਂ ਉਹਨੂੰ ਕਰਤਾਰ ਸਿੰਘ ਸਰਾਭੇ ਦਾ ਰੂਪ ਦਿੰਦੇ ਆ ਕਿ ਜਿਹੜਾ 16 ਸਾਲ। ਹੁਣ ਅਮਿਤੋਜ ਜਿਹੜਾ ਆ ਬੇਟਾ, ਠੀਕ ਆ, ਅਮਿਤੋਜ ਜਿਹੜਾ ਆ ਚੰਡੀਗੜ੍ਹ ਦੇ ਵਿੱਚ, ਅਸੀਂ ਉਹਨੂੰ ਭਗਤ ਸਿੰਘ ਦਾ ਨਾਂ ਦਿੰਦੇ ਆ। ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਘਰ ਕਰ ਚੁੱਕੀ ਹੈ, ਇਹ ਅੰਦੋਲਨ ਜਿਹੜਾ ਆ। ਹਰਜੀਤ ਗਰੇਵਾਲ ਦਾ ਬਿਆਨ ਸੀ। ਉਹ ਤੇ ਇੱਕ ਮੈਂਟਲ ਬੰਦਾ ਹੈ, ਠੀਕ ਆ। ਉਹ ਤਾਂ ਅੱਗੇ ਮੈਂ ਤੁਹਾਨੂੰ ਬਿਆਨ ਦਿੱਤਾ ਸੀ ਨਾ ਕਿ ਅਬੋਹਰ ਦੇ ਵਿੱਚ ਘਟਨਾ ਹੋਈ, ਪਰ ਸਾਡਾ ਮੋਰਚੇ ਦਾ ਐਲਾਨ ਨਹੀਂ ਹੈਗਾ ਕਿ ਕਿਸੇ ਦੇ ਕੱਪੜੇ ਪਾਰੋ ਨਾ। ਇਹਨਾਂ ਦਾ ਵਿਰੋਧ ਕਰੋ, ਕਾਲੇ ਝੰਡੇ ਲੈ ਕੇ ਵਿਰੋਧ ਕਰੋ, ਨਾਅਰੇ ਮਾਰੋ, ਜਿੱਥੇ ਜਾਂਦੇ ਇਹਨਾਂ ਨੂੰ ਘੇਰੋ, ਇਹਨਾਂ ਨੂੰ ਬਾਹਰ ਨਾ ਨਿਕਲਣ ਦਿਓ। ਪਰ ਹਰਜੀਤ ਗਰੇਵਾਲ ਜਿਹੜਾ ਆ, ਇੱਕ ਉਹਨਾਂ ਦਾ ਕੁੱਤਾ ਭੌਂਕੂਗਾ, ਮੈਂ ਤਾਂ ਕੁੱਤਾ ਕਹਿ ਸਕਦਾ ਕਿ ਭੌਂਕਦਾ ਜਿਹੜਾ, ਠੀਕ ਆ, ਕਿਸਾਨਾਂ ਦੇ ਉੱਤੇ, ਕਿਸਾਨਾਂ ਨੂੰ ਗਲਤ ਕਹਿੰਦਾ। ਕਿਸਾਨ ਜਿਹੜੇ ਆ ਸ਼ਹੀਦ ਹੋਏ ਆ, ਅੰਦੋਲਨ ਵਾਸਤੇ ਸ਼ਹੀਦ ਹੋਏ, ਉਹਨਾਂ ਦਾ ਜਦੋਂ ਕਦੇ ਡਾਕੂਮੈਂਟਰੀਆਂ ਇਤਿਹਾਸ ਬਣਿਆ, ਉਹਨਾਂ ਦਾ ਸ਼ਹੀਦਾਂ ਦੇ ਵਿੱਚ ਨਾਂ ਦਰਜ ਹੋਣਾ। ਤੁਸੀਂ ਗੱਲ ਕਰ ਰਹੇ ਹੋ ਕਿ ਕਿਸਾਨਾਂ ਦਾ ਜਿਹੜਾ ਕਿਸਾਨ ਆ ਉਹ ਬੀਜੇਪੀ ਦਾ ਵਿਰੋਧ ਕਰਨਗੇ ਜਦੋਂ ਘਰੋਂ ਬਾਹਰ ਨਿਕਲਣਗੇ, ਪਰ ਲਗਾਤਾਰ ਬੀਜੇਪੀ ਦੀਆਂ ਮੀਟਿੰਗਾਂ ਚੱਲ ਰਹੀਆਂ। ਕਹਿੰਦੇ 117 ਸੀਟਾਂ ਤੇ ਉਮੀਦਵਾਰ ਖੜਾ ਰੱਖਦੇ, ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ। ਇਹਨਾਂ ਨੂੰ ਕੋਈ ਬਾਹਰ ਨਿਕਲ ਕੇ ਦੱਸੋ, ਇਹਨਾਂ ਨੂੰ ਕੋਈ ਕਿਤੇ ਮੀਟਿੰਗ ਕਰਕੇ ਦੱਸਣ। ਆਂਦੇ ਨੇ 117 ਤੇ, ਇਹਨਾਂ ਨੂੰ ਕੋਈ ਕਿਤੇ ਰੈਲੀ ਕਰਕੇ ਦੱਸਣ, ਫਿਰ ਇਹਨਾਂ ਨੂੰ ਅਸੀਂ ਦੱਸਾਂਗੇ। ਜ਼ੁਬਾਨੀ ਕਲਾਮੀ ਮੂੰਹ ਨਾਲ ਕਹਿ ਰਹੇ ਨਾ, ਉਹਨਾਂ ਨੂੰ ਕਹਿ ਮੀਟਿੰਗ ਕਰਕੇ ਦੱਸ ਦੇਣ। ਕਿਤੇ ਸਾਰੇ ਪੰਜਾਬ ਦੇ ਵਿੱਚ ਹਰਜੀਤ ਗਰੇਵਾਲ ਨੂੰ ਕਹਿ ਕਿ ਤੂੰ ਆਪਣਾ ਮੀਟਿੰਗ ਕਰਕੇ ਦੱਸ ਦੇ, ਠੀਕ ਹੈ ਨਾ, ਔਰ ਰੈਲੀ ਕਰਕੇ ਦੱਸ ਦੇ। ਫਿਰ ਕਿਸਾਨ ਦੱਸ ਦੇਣਗੇ ਵੀ ਕਿੱਦਾਂ ਕਿਸੇ ਕੋ ਵੋਟਾਂ ਮੰਗਣ ਜਾਂਦੇ ਆ। ਲੋਕਾਂ ਨੇ ਇਹਨਾਂ ਦੇ ਕੱਪੜੇ ਘਰੋਂ ਜਦੋਂ ਵੋਟਾਂ ਕਿਸੇ ਦੇ ਮੰਗਣ ਜਾਣਗੇ ਨਾ ਬੀਜੇਪੀ ਵਾਲੇ, ਲੋਕਾਂ ਨੇ ਵਿਰੋਧ ਵਿੱਚ ਇਹਨਾਂ ਦੇ ਕੱਪੜੇ ਪਾੜਨੇ, ਕਿਉਂਕਿ ਲੋਕਾਂ ਦੀ ਰੋਟੀ ਖੋ ਰਹੇ ਆ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ, ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਿਸੇ ਤਰ੍ਹਾਂ ਦੀ ਉਤਰਨਗੇ ਉਹ? ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਪ੍ਰਧਾਨ ਬਣਿਆ, ਲੋਕੀ ਜਿਹੜੇ ਕੱਲ ਜੀਰੇ ਤੋਂ ਬੱਸ ਤੁਰੀ ਔਰ 11 ਜਾਣੇ ਮਰ ਗਏ, 37 ਜਾਣੇ ਜਿਹੜੇ ਜ਼ਖਮੀ ਹੋਏ, ਹਾਲੇ ਪਤਾ ਨਹੀਂ ਕੀ ਹਾਲਾਤ। ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਰਾਜਸੀ ਲੀਡਰ ਜਿਹੜੇ ਇਹਨਾਂ ਦੇ, ਜਿਹੜੇ ਚਾਹੇ ਉਹਦਾ ਆਪਣਾ ਤਾਸ਼ਪੋਸ਼ੀ ਸਮਾਗਮ ਸੀ, ਕੀ ਲੈਣ ਉੱਥੇ ਜਾਣਾ ਸੀ, ਕੀ ਮਿਲਣਾ ਸੀ ਉਹਨਾਂ ਨੂੰ? ਉਹਨਾਂ ਦੇ ਘਰ ਉੱਜੜ ਗਏ, ਠੀਕ ਆ, ਘਰ ਉੱਜੜ ਕੇ ਉਹਨਾਂ ਦੇ ਕੀ ਹਾਲਾਤ ਬਣੇ, ਉਹਨਾਂ ਦੇ ਵਾਸਤੇ ਤਾਸ਼ਪੋਸ਼ੀ ਮੈਣਾ ਕੀ ਰੱਖਦੇ ਆ ਇਹ ਜਿਹੜੇ ਆ। ਜੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ, ਇਹਨਾਂ ਦੇ ਪਿੱਛੇ ਨਾ ਜਾਓ, ਅੰਦੋਲਨ ਦੇ ਵਾਲੇ ਪਾਸੇ ਲੱਗੋ, ਅੰਦੋਲਨ ਦਾ ਸਾਥ ਦਿਓ। ਜੇ ਦੇਖੋ ਅੰਦੋਲਨ ਵਿੱਚ ਜਾਂਦੇ ਤਾਂ ਸ਼ਹੀਦਾਂ 'ਚ ਨਾ ਆਉਣਾ ਹੈ, ਅੱਜ ਉਹ ਮਰਿਆਂ 'ਚ ਨਾ ਆਇਆ। ਸੋ ਧੰਨਵਾਦ। ਇਹ ਸਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ, ਜਿਨ੍ਹਾਂ ਦਾ ਕਹਿਣਾ ਹੈ ਕਿ ਬੀਜੇਪੀ ਬੇਸ਼ੱਕ ਪੰਜਾਬ ਦੇ ਵਿੱਚ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਉਹ 22 ਦੇ ਵਿੱਚ ਚੋਣਾਂ ਲੜਨਗੇ, ਪਰ ਅਸੀਂ ਉਹਨਾਂ ਦਾ ਲਗਾਤਾਰ ਹੀ ਵਿਰੋਧ ਕਰਦੇ ਰਹਾਂਗੇ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਨਾਂ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਇੱਕ ਪੰਜਾਬ ਦੇ ਲੋਕਾਂ ਦੇ ਨਾਲ ਸਿਆਸਤ ਕਰਦੇ ਰਹਿਣਗੇ ਔਰ ਸਿਆਸਤ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੱਡੀ ਮਾਤਰਾ ਵਿੱਚ ਜਿੱਤ ਪ੍ਰਾਪਤ ਕਰਨਗੇ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਮੱਲਾ, ਸਕਾਈ ਨਿਊਜ਼ ਪੰਜਾਬ, ਅੰਮ੍ਰਿਤਸਰ।